ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਇੱਕ ਪਤੀ ਵੱਲੋਂ ਲਏ ਵੱਖਰੇ ਫੈਸਲੇ ਕਹਾਣੀ ਦੇ ਨਾਲ। ਮਾਫ਼ ਕਰਨਾ, ਗਲੇ ਵਿੱਚ ਪ੍ਰੋਬਲਮ ਹੋਣ ਕਰਕੇ ਆਵਾਜ਼ ਵਿੱਚ ਪ੍ਰੋਬਲਮ ਹੋਏਗੀ, ਪਰ ਕਹਾਣੀ ਬਹੁਤ ਜ਼ਿਆਦਾ ਸੋਹਣੀ ਹੈ, ਇੱਕ ਵਾਰ ਜ਼ਰੂਰ ਸੁਣਨਾ। ਰਾਜਵਿੰਦਰ ਦੇ ਵਿਆਹ ਨੂੰ ਅਜੇ 1 ਮਹੀਨਾ ਨਹੀਂ ਹੋਇਆ ਸੀ। ਪਤਾ ਨਹੀਂ ਕਿਉਂ ਚਿਹਰੇ ਤੇ ਨੂਰ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਸੀ। ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਗੱਲ ਤੋਂ ਨਾਰਾਜ਼ ਹੋਵੇ। ਉਸ ਦੀ ਸੱਸ ਨੇ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਰਾਜਵਿੰਦਰ ਕੁਝ ਨਹੀਂ ਕਹਿ ਕੇ ਉੱਥੋਂ ਉੱਠ ਕੇ ਚਲੀ ਜਾਂਦੀ। ਰਾਜਵਿੰਦਰ ਦੀ ਸੱਸ ਬੇਅੰਤ ਕੌਰ ਹਮੇਸ਼ਾ ਇਹੀ ਸੋਚਦੀ ਰਹਿੰਦੀ, ਨਵੀਂ ਆਈ ਹੈ, ਹਜੇ ਵਿਆਹ ਨੂੰ ਥੋੜ੍ਹੇ ਦਿਨ ਹੀ ਹੋਏ ਹਨ ਤੇ ਨਵੇਂ ਘਰ ਵਿੱਚ ਮਨ ਲੱਗਣ ਵਿੱਚ ਟਾਈਮ ਤਾਂ ਲੱਗਦਾ ਹੀ ਹੈ। ਇਸ ਲਈ ਸ਼ਾਇਦ ਜ਼ਿਆਦਾ ਬੋਲਦੀ ਨਹੀਂ ਤੇ ਚੁੱਪ ਰਹਿੰਦੀ ਹੈ। ਅਜੇ ਵਿਆਹ ਨੂੰ 1.5 ਕੁ ਮਹੀਨਾ ਹੀ ਹੋਇਆ ਸੀ ਕਿ ਇੱਕ ਦਿਨ ਅਚਾਨਕ ਬਿਨਾਂ ਦੱਸੇ ਹੀ ਰਾਜਵਿੰਦਰ ਦਾ ਭਰਾ ਉਸ ਨੂੰ ਲੈਣ ਆ ਗਿਆ। ਰਾਜਵਿੰਦਰ ਨੇ ਬੈਗ ਵਿੱਚ ਕੱਪੜੇ ਪਾਏ ਤੇ ਤਿਆਰ ਹੋ ਗਈ। ਰਾਜਵਿੰਦਰ ਨੂੰ ਤਿਆਰ ਹੋਈ ਦੇਖ ਕੇ ਬੇਅੰਤ ਕੌਰ ਨੇ ਉਸ ਨੂੰ ਪੁੱਛਿਆ, ਪੁੱਤ ਤੂੰ ਕਿਤੇ ਜਾ ਰਹੀ ਹੈ? ਤਾਂ ਉਸਨੇ ਕਿਹਾ, ਹਾਂ ਮੰਮੀ ਜੀ, ਮੈਂ ਆਪਣੇ ਪਿੰਡ ਜਾ ਰਹੀ ਹਾਂ। ਇੱਕ ਵਾਰ ਤਾਂ ਉਸ ਨੂੰ ਬਹੁਤ ਮਹਿਸੂਸ ਹੋਇਆ ਕਿ ਮੈਨੂੰ ਇਸ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਤੇ ਬੈਗ ਵਿੱਚ ਕੱਪੜੇ ਪਾ ਲਏ। ਨਵਾਂ ਵਿਆਹ ਹੋਇਆ ਸੀ, ਇਸ ਲਈ ਬੇਅੰਤ ਕੌਰ ਨੇ ਮਨਾ ਨਾ ਕੀਤਾ, ਕਿਉਂਕਿ ਬੇਅੰਤ ਕੌਰ ਇੱਕ ਬਹੁਤ ਹੀ ਸਮਝਦਾਰ ਤੇ ਘਰ ਨੂੰ ਜੋੜ ਕੇ ਰੱਖਣ ਵਾਲੀ ਔਰਤ ਸੀ। ਉਹ ਛੋਟੀਆਂ ਗੱਲਾਂ ਨੂੰ ਵਧਾਉਣਾ ਨਹੀਂ ਚਾਹੁੰਦੀ ਸੀ। ਇਸ ਲਈ ਉਸਨੇ ਅਮਰਿੰਦਰ ਨੂੰ ਵੀ ਨਾ ਦੱਸਿਆ ਕਿ ਮੈਨੂੰ ਰਾਜਵਿੰਦਰ ਬਿਨਾਂ ਪੁੱਛੇ ਆਪਣੇ ਭਰਾ ਨਾਲ ਆਪਣੇ ਪੇਕੇ ਚਲੀ ਗਈ ਹੈ। ਰਾਜਵਿੰਦਰ ਦੇ ਜਾਣ ਤੋਂ ਬਾਅਦ ਬੇਅੰਤ ਕੌਰ ਨੇ ਆਪਣੇ ਪੁੱਤ ਅਮਰਿੰਦਰ ਨੂੰ ਕਿਹਾ, ਬੇਟਾ ਪਤਾ ਨਹੀਂ ਕੀ ਗੱਲ ਹੈ, ਰਾਜਵਿੰਦਰ ਚੁੱਪ ਰਹਿੰਦੀ ਹੈ ਤੇ ਚਿਹਰੇ ਤੋਂ ਲੱਗਦਾ ਹੈ ਜਿਵੇਂ ਕੋਈ ਨਾਰਾਜ਼ਗੀ ਹੋਵੇ। ਤੁਹਾਡੇ ਦੋਨਾਂ ਵਿੱਚ ਕੋਈ ਗੱਲ ਹੋਈ ਹੈ? ਪਤਾ ਨਹੀਂ ਮੰਮੀ, ਮੈਨੂੰ ਤਾਂ ਇਹੋ ਜਿਹਾ ਕੁਝ ਨਹੀਂ ਲੱਗਦਾ। ਸ਼ਾਇਦ ਮੇਰੀ ਗਲਤਫਹਿਮੀ ਹੋਏਗੀ, ਪਰ ਫਿਰ ਵੀ ਇੱਕ ਵਾਰ ਉਸ ਨੂੰ ਪੁੱਛ ਕੇ ਜ਼ਰੂਰ ਵੇਖੀ। ਕੀ ਪਤਾ ਮੈਨੂੰ ਦੱਸਦੀ ਨਾ ਹੋਵੇ, ਤੈਨੂੰ ਦੱਸ ਦੇਵੇ। ਠੀਕ ਹੈ ਮੰਮੀ, ਜਦੋਂ ਆਏਗੀ ਤਾਂ ਗੱਲ ਕਰਕੇ ਦੇਖ ਲਵਾਂਗਾ, ਕਹਿ ਕੇ ਅਮਰਿੰਦਰ ਖੇਤ ਚਲਾ ਗਿਆ। ਸ਼ਾਮ ਨੂੰ ਜਦੋਂ ਅਮਰਿੰਦਰ ਖੇਤੋਂ ਘਰ ਆਇਆ ਤਾਂ ਵੇਖਿਆ ਮੰਮੀ ਉਦਾਸ ਬੈਠੀ ਹੈ। ਉਸ ਨੂੰ ਇਸ ਤਰ੍ਹਾਂ ਉਦਾਸ ਬੈਠਾ ਦੇਖ ਕੇ ਅਮਰਿੰਦਰ ਨੇ ਪੁੱਛਿਆ, ਕੀ ਹੋਇਆ ਮੰਮੀ, ਤੁਸੀਂ ਇਸ ਤਰ੍ਹਾਂ ਉਦਾਸ ਕਿਉਂ ਬੈਠੇ ਹੋ? ਅਮਰਿੰਦਰ ਦੇ ਪੁੱਛਣ ਤੇ ਬੇਅੰਤ ਕੌਰ ਨੇ ਉਸ ਵੱਲ ਵੇਖਿਆ ਅਤੇ ਕਹਿੰਦੀ, ਪੁੱਤ ਕੱਲ ਤੂੰ ਵਿਹਲਾ ਹੈ ਤੇ ਇੱਕ ਕੰਮ ਕਰ, ਰਾਜਵਿੰਦਰ ਦਾ ਸਮਾਨ ਮੇਰੇ ਕਮਰੇ ਵਿੱਚ ਰੱਖ ਦੇ ਤੇ ਮੈਂ ਤੇਰੇ ਕਮਰੇ ਵਿੱਚ ਆਪਣਾ ਸਮਾਨ ਰੱਖ ਲਵਾਂਗੀ। ਅਚਾਨਕ ਕਮਰਾ ਬਦਲਣ ਦੀ ਗੱਲ ਕਿੱਥੋਂ ਆ ਗਈ ਮੰਮੀ? ਅਤੇ ਕੀ ਉਸ ਕਮਰੇ ਵਿੱਚ ਪਰੇਸ਼ਾਨੀ ਹੈ ਕੋਈ, ਜੋ ਕਮਰਾ ਬਦਲਣ ਦਾ ਕਹਿ ਰਹੀ ਹੈ? ਪੁੱਤ ਮੈਂ ਇਕੱਲੀ ਤਾਂ ਹੈਗੀ ਆ, ਤੇਰੇ ਪਾਪਾ ਹੈ ਨਹੀਂ, ਭਲਾ ਇੰਨੇ ਵੱਡੇ ਕਮਰੇ ਵਿੱਚ ਮੈਂ ਕੀ ਰੱਖਣਾ ਹੈ? ਇੱਕ ਮੰਜਾ ਹੀ ਤਾਂ ਡਾਉਣਾ ਹੈ। ਆਹ ਇੱਕ ਅਲਮਾਰੀ ਹੈ ਜਿਸ ਵਿੱਚ ਮੈਂ ਕੱਪੜੇ ਰੱਖਦੀ ਹਾਂ। ਇੰਨਾ ਵੱਡਾ ਕਮਰਾ ਵਿਹਲਾ ਹੀ ਡੱਬ ਵੱਜੀ ਜਾਂਦਾ ਹੈ। ਇਸ ਲਈ ਵੱਡਾ ਕਮਰਾ ਤੁਸੀਂ ਲੈ ਲਓ ਤੇ ਮੇਰਾ ਸਮਾਨ ਤੂੰ ਆਪਣੇ ਕਮਰੇ ਵਿੱਚ ਰੱਖ ਦੇ। ਅਮਰਿੰਦਰ ਕਹਿੰਦਾ, ਮਾਂ ਰਹਿਣ ਦੀ ਕੀ ਜ਼ਰੂਰਤ ਹੈ, ਵਧੀਆ ਤਾਂ ਹੈਗਾ ਹੈ ਸਾਰਾ ਕੁਝ। ਵੈਸੇ ਵੀ ਰਾਜਵਿੰਦਰ ਹੈਗੀ ਨਹੀਂ, ਉਹ ਕੀ ਸੋਚੇਗੀ ਤੇ ਲੋਕ ਕੀ ਕਹਿਣਗੇ? ਰਾਜਵਿੰਦਰ ਦੇ ਬਾਰੇ ਲੋਕੀ ਗੱਲਾਂ ਕਰਨਗੇ। ਆਉਂਦੀ ਨੇ ਹੀ ਆਪਣੀ ਸੱਸ ਨੂੰ ਕਮਰੇ ਵਿੱਚੋਂ ਕੱਢ ਦਿੱਤਾ। ਅਮਰਿੰਦਰ ਹੱਸਦਾ ਹੋਇਆ ਕਹਿੰਦਾ। ਉਸ ਦੀ ਗੱਲ ਸੁਣ ਕੇ ਬੇਅੰਤ ਕੌਰ ਚੁੱਪ ਹੋ ਗਈ, ਪਰ ਦੂਸਰੇ ਦਿਨ ਫਿਰ ਅਮਰਿੰਦਰ ਦੇ ਪਿੱਛੇ ਪੈ ਗਈ ਤੇ ਉਸ ਤੋਂ ਕਮਰਾ ਬਦਲਾ ਲਿਆ। ਉਸ ਦਾ ਸਮਾਨ ਆਪਣੇ ਕਮਰੇ ਵਿੱਚ ਰੱਖ ਦਿੱਤਾ ਤੇ ਆਪਣਾ ਸਮਾਨ ਉਸ ਦੇ ਕਮਰੇ ਵਿੱਚ ਰੱਖ ਦਿੱਤਾ। ਜਦੋਂ ਸਾਰਾ ਸਮਾਨ ਕਮਰੇ ਵਿੱਚ ਰੱਖ ਦਿੱਤਾ ਤਾਂ ਬੇਅੰਤ ਕੌਰ ਕਹਿੰਦੀ, ਪੁੱਤ ਇੱਕ ਕੰਮ ਕਰ, ਤੇਰੇ ਸਹੁਰਿਆਂ ਤੋਂ ਜਿਹੜੇ ਸੋਫੇ ਆਏ ਨੇ ਉਹ ਵੀ ਇਸ ਕਮਰੇ ਵਿੱਚ ਹੀ ਰੱਖ ਦੇ। ਉਸ ਦੀ ਗੱਲ ਸੁਣ ਕੇ ਅਮਰਿੰਦਰ ਕਹਿੰਦਾ, ਮੰਮੀ ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ? ਉੱਥੇ ਪੈ ਰਹਿਣ ਦੇ, ਬਾਹਰ ਹੀ। ਜਦੋਂ ਪ੍ਰਾਹੁਣੇ ਆਉਣਗੇ ਤਾਂ ਬਾਹਰ ਹੀ ਬੈਠਣਗੇ ਤੇ ਇਹ ਕੰਮ ਆ ਜਾਣਗੇ। ਪੁੱਤ ਸਾਡੇ ਆਪਣੇ ਵੀ ਤਾਂ ਸੋਫੇ ਹੈਗੇ ਆ, ਉਹ ਰੱਖ ਲਵਾਂਗੇ ਹਾਲ ਵਿੱਚ। ਮੰਮੀ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਨਵੇਂ ਸੋਫੇ ਹਾਲ ਵਿੱਚ ਜ਼ਿਆਦਾ ਸੋਹਣੇ ਲੱਗਦੇ ਆ। ਨਹੀਂ ਪੁੱਤ, ਰਾਜਵਿੰਦਰ ਦੇ ਨਵੇਂ ਸੋਫੇ ਨੇ ਤੇ ਉਹ ਬਾਹਰ ਪਏ ਖਰਾਬ ਹੋ ਜਾਣਗੇ, ਇਸ ਲਈ ਤੂੰ ਉਹਨਾਂ ਨੂੰ ਆਪਣੇ ਕਮਰੇ ਵਿੱਚ ਹੀ ਰੱਖ ਦੇ। ਤੇ ਵੈਸੇ ਵੀ ਉਹ ਕਮਰਾ ਵੱਡਾ ਹੈ, ਕਮਰੇ ਵਿੱਚ ਪਏ ਸੋਹਣੇ ਲੱਗਣਗੇ। ਆਪਣੀ ਮੰਮੀ ਦੀ ਗੱਲ ਸੁਣ ਕੇ ਅਮਰਿੰਦਰ ਕਹਿੰਦਾ, ਕਿਸੇ ਨੇ ਕੁਝ ਕਿਹਾ ਹੈ?
ਅਚਾਨਕ ਅਮਰਿੰਦਰ ਦੇ ਸਵਾਲ ਪੁੱਛਣ ਤੇ ਬੇਅੰਤ ਕੌਰ ਇੱਕ ਵਾਰ ਚੁੱਪ ਜਿਹੀ ਹੋ ਗਈ। ਫਿਰ ਕਹਿੰਦੀ, ਨਹੀਂ ਨਹੀਂ, ਕਿਸੇ ਨੇ ਕੁਝ ਨਹੀਂ ਕਿਹਾ, ਬਸ ਉਸ ਕਮਰੇ ਵਿੱਚ ਰੱਖ ਦੇ। ਆਖਿਰਕਾਰ ਸੋਫੇ ਅਮਰਿੰਦਰ ਨੇ ਉਸ ਕਮਰੇ ਵਿੱਚ ਰੱਖ ਦਿੱਤੇ। ਦੂਸਰੇ ਦਿਨ ਅਮਰਿੰਦਰ ਜਦੋਂ ਘਰ ਆਇਆ ਤਾਂ ਰਾਜਵਿੰਦਰ ਘਰੇ ਆ ਚੁੱਕੀ ਸੀ। ਅਮਰਿੰਦਰ ਰਾਜਵਿੰਦਰ ਨੂੰ ਦੇਖ ਕੇ ਬੜਾ ਹੈਰਾਨ ਹੋਇਆ, ਕਿਉਂਕਿ ਰਾਜਵਿੰਦਰ ਤਾਂ ਕਹਿੰਦੀ ਸੀ ਕਿ ਮੈਂ ਕੁਝ ਦਿਨ ਉੱਥੇ ਰਹਿਣਾ ਹੈ। ਅਕਸਰ ਹੀ ਅਮਰਿੰਦਰ ਨੋਟਿਸ ਕਰਦਾ ਸੀ ਕਿ ਰਾਜਵਿੰਦਰ ਤੇ ਉਸਦੀ ਮੰਮੀ ਵਿੱਚ ਕੁਝ ਅਜੀਬ ਜਿਹਾ ਚੱਲ ਰਿਹਾ ਹੈ। ਦੋਨੇ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ। ਫਿਰ ਕੁਝ ਦਿਨਾਂ ਬਾਅਦ ਰਾਜਵਿੰਦਰ ਦੁਬਾਰਾ ਆਪਣੇ ਪੇਕੇ ਚਲੀ ਗਈ। ਉਸ ਦਿਨ ਵੀ ਅਮਰਿੰਦਰ ਸ਼ਾਮ ਨੂੰ ਖੇਤੋਂ ਘਰ ਆਇਆ ਤਾਂ ਬੇਅੰਤ ਕੌਰ ਚੁੱਪਚਾਪ ਬੈਠੀ ਹੋਈ ਸੀ। ਅਮਰਿੰਦਰ ਨੇ ਅੱਜ ਫਿਰ ਉਸ ਦੀ ਚੁੱਪ ਦਾ ਕਾਰਨ ਪੁੱਛਿਆ ਤਾਂ ਬੇਅੰਤ ਕੌਰ ਨੇ ਕਿਹਾ, ਪੁੱਤ, ਮੈਂ ਸੋਚ ਰਹੀ ਸੀ ਕਿ ਤੂੰ ਮੈਨੂੰ ਪੂਜਾ ਰੂਮ ਉੱਪਰਲੇ ਪੋਰਸ਼ਨ ਵਿੱਚ ਬਣਾ ਦੇ। ਕਮ ਸੇ ਕਮ ਸਵੇਰੇ ਮੈਂ ਪਾਠ ਕਰਾਂਗੀ ਤਾਂ ਤੁਹਾਨੂੰ ਡਿਸਟਰਬ ਨਾ ਕਰਾਂਗੀ। ਮੰਮੀ, ਤੁਹਾਨੂੰ ਕਿਸ ਨੇ ਕਿਹਾ ਕਿ ਅਸੀਂ ਸਵੇਰੇ ਤੁਹਾਡੇ ਪਾਠ ਕਰਨ ਕਰਕੇ ਡਿਸਟਰਬ ਹੁੰਦੇ ਹਾਂ? ਕਿਸੇ ਨੇ ਨਹੀਂ ਕਿਹਾ, ਪਰ ਮੈਨੂੰ ਦਿਸਦਾ ਨਹੀਂ ਤੁਸੀਂ ਡਿਸਟਰਬ ਹੁੰਦੇ ਹੋ। ਬਸ ਤੂੰ ਪੂਜਾ ਰੂਮ ਉੱਪਰ ਵਾਲੇ ਪੋਰਸ਼ਨ ਵਿੱਚ ਬਣਾ ਦੇ। ਇਸ ਤੋਂ ਪਹਿਲਾਂ ਕਿ ਅਮਰਿੰਦਰ ਕੁਝ ਪੁੱਛਦਾ, ਬੇਅੰਤ ਕੌਰ ਇਹ ਕਹਿ ਕੇ ਰਸੋਈ ਵਿੱਚ ਅਮਰਿੰਦਰ ਲਈ ਚਾਹ ਬਣਾਉਣ ਲਈ ਚਲੀ ਗਈ। ਅਮਰਿੰਦਰ ਦੇ ਮਨ ਵਿੱਚ ਹਲਚਲ ਜਿਹੀ ਹੋਣ ਲੱਗੀ। ਆਖਰ ਕੁਝ ਤਾਂ ਹੈ। ਜਦੋਂ ਵੀ ਰਾਜਵਿੰਦਰ ਪੇਕੇ ਜਾਂਦੀ ਹੈ ਤਾਂ ਮਾਂ ਇਹ ਸਭ ਅਜੀਬ ਜਿਹੀ ਜਿੱਦ ਕਰਨ ਲੱਗ ਜਾਂਦੀ ਹੈ। ਪਹਿਲਾਂ ਕਮਰਾ ਤੇ ਹੁਣ ਪੂਜਾ ਰੂਮ। ਜਦੋਂ ਰਾਜਵਿੰਦਰ ਘਰੇ ਹੁੰਦੀ ਹੈ ਤਾਂ ਮਾਂ ਅਤੇ ਉਸ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਹੁੰਦੀ। ਕੁਝ ਗੱਲ ਤਾਂ ਹੈ, ਪਰ ਮਾਂ ਦੱਸ ਨਹੀਂ ਰਹੀ। ਉਹ ਸੋਫੇ 'ਤੇ ਬੈਠਾ ਸੀ। ਉੱਥੇ ਉਸਦੇ ਕੋਲ ਫੋਨ ਪਿਆ ਸੀ ਤੇ ਉਸਨੇ ਸੋਚਿਆ, ਫੋਨ ਚੈੱਕ ਕਰਕੇ ਦੇਖਦਾ ਹਾਂ, ਕਿਸੇ ਦਾ ਫੋਨ ਆਇਆ ਹੈ। ਜਿਹੜਾ ਮਾਂ ਇਸ ਤਰ੍ਹਾਂ ਚੁੱਪ ਕਰਕੇ ਬੈਠੀ ਸੀ। ਜਦੋਂ ਉਸਨੇ ਫੋਨ ਦੇਖਿਆ ਤਾਂ ਰਾਜਵਿੰਦਰ ਦੀ ਮੰਮੀ ਦਾ ਫੋਨ ਆਇਆ ਹੋਇਆ ਸੀ। ਅਮਰਿੰਦਰ ਨੂੰ ਸੱਚਮੁੱਚ ਹੁਣ ਕੋਈ ਗੜਬੜ ਹੋਣ ਦਾ ਅਹਿਸਾਸ ਹੋ ਰਿਹਾ ਸੀ। ਉਸਨੇ ਦੁਬਾਰਾ ਆਪਣੀ ਮੰਮੀ ਨੂੰ ਪੁੱਛਿਆ, ਪਰ ਉਹ ਗੱਲ ਟਾਲ ਗਈ। ਆਖਿਰਕਾਰ ਉਸ ਦੀ ਜਿੱਦ ਦੇ ਕਾਰਨ ਅਮਰਿੰਦਰ ਨੂੰ ਪੂਜਾ ਰੂਮ ਉੱਤੇ ਬਣਾਉਣਾ ਪਿਆ ਅਤੇ ਜਦੋਂ ਪੂਜਾ ਰੂਮ ਉੱਪਰ ਬਣ ਗਿਆ ਤਾਂ ਅਗਲੇ ਦਿਨ ਰਾਜਵਿੰਦਰ ਘਰ ਆ ਗਈ। ਉਸਨੇ ਰਾਜਵਿੰਦਰ ਨੂੰ ਪੁੱਛਿਆ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਇਹ ਤੁਸੀਂ ਆਪਣੀ ਮੰਮੀ ਨੂੰ ਪੁੱਛੋ, ਮੈਨੂੰ ਨਹੀਂ ਪਤਾ ਉਹ ਕੀ ਕਰਨਾ ਚਾਹੁੰਦੀ ਹੈ ਤੇ ਕਿਉਂ ਨਹੀਂ ਬੋਲਦੀ। ਅਮਰਿੰਦਰ ਨੇ ਉਸ ਨੂੰ ਅੱਗੋਂ ਕੁਝ ਨਾ ਕਿਹਾ, ਪਰ ਸ਼ੱਕ ਦਾ ਕੀੜਾ ਤਾਂ ਦਿਮਾਗ ਵਿੱਚ ਬੈਠ ਗਿਆ ਸੀ। ਆਖਰ ਉਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ। ਜਦੋਂ 2 ਮਹੀਨਿਆਂ ਬਾਅਦ ਫਿਰ ਰਾਜਵਿੰਦਰ ਆਪਣੇ ਪੇਕੇ ਗਈ ਤਾਂ ਫਿਰ ਇਸ ਵਾਰ ਵੀ ਬੇਅੰਤ ਕੌਰ ਨੇ ਅਮਰਿੰਦਰ ਨੂੰ ਰਾਜਵਿੰਦਰ ਦੇ ਦਾਜ ਵਿੱਚ ਆਈ LED ਰਾਜਵਿੰਦਰ ਦੇ ਕਮਰੇ ਵਿੱਚ ਲਗਾਉਣ ਨੂੰ ਕਿਹਾ। ਇਸ ਵਾਰ ਅਮਰਿੰਦਰ ਬੇਅੰਤ ਕੌਰ ਨੂੰ ਖਿੰਝ ਕੇ ਪੈ ਗਿਆ ਤੇ ਕਹਿੰਦਾ, ਕੀ ਗੱਲ ਹੈ ਮੰਮੀ, ਇਹ ਕੀ ਲਗਾ ਰੱਖਿਆ ਹੈ ਤੁਸੀਂ? ਜਦੋਂ ਵੀ ਰਾਜਵਿੰਦਰ ਪੇਕੇ ਜਾਂਦੀ ਹੈ ਤੁਸੀਂ ਬਸ ਇਹੀ ਗੱਲ ਕਰਨ ਲੱਗ ਜਾਂਦੇ ਹੋ। ਇਸ ਚੀਜ਼ ਨੂੰ ਸੈੱਟ ਕਰਦੇ, ਉਸ ਨੂੰ ਸੈੱਟ ਕਰਦੇ। ਆਖਰ ਚੱਲ ਕੀ ਰਿਹਾ ਹੈ ਤੁਹਾਡੇ ਮਨ ਵਿੱਚ? ਦੱਸਦੀ ਕਿਉਂ ਨਹੀਂ? ਜੇ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ, ਤੈਨੂੰ ਕਿਹੜੀ ਪਰੇਸ਼ਾਨੀ ਸਤਾ ਰਹੀ ਹੈ? ਅਮਰਿੰਦਰ ਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖ ਕੇ ਬੇਅੰਤ ਕੌਰ ਰੋ ਪਈ। ਬੋਲੀ, ਪੁੱਤ, ਮੈਂ ਤਾਂ ਬਸ ਇਹੀ ਚਾਹੁੰਦੀ ਹਾਂ ਕਿ ਤੁਸੀਂ ਦੋਨੇ ਖੁਸ਼ ਰਹੋ ਤੇ ਮੇਰਾ ਕੀ ਹੈ? ਮੇਰੀ ਕਿੰਨੀ ਕੁ ਉਮਰ ਰਹਿ ਗਈ, ਮੇਰੇ ਕਰਕੇ ਤੇਰਾ ਘਰ ਨਾ ਵਸੇ, ਮੈਂ ਇਹ ਕਦੇ ਨਹੀਂ ਚਾਹੁੰਦੀ। ਬੇਅੰਤ ਕੌਰ ਦੀਆਂ ਗੱਲਾਂ ਸੁਣ ਕੇ ਅਮਰਿੰਦਰ ਹੈਰਾਨ ਹੋ ਗਿਆ ਤੇ ਫਿਰ ਬੜੇ ਪਿਆਰ ਨਾਲ ਆਪਣੀ ਮੰਮੀ ਨੂੰ ਕਹਿੰਦਾ, ਮਾਂ, ਸੱਚ-ਸੱਚ ਦੱਸ ਕੀ ਹੋ ਰਿਹਾ ਹੈ? ਰੋਂਦੀ ਰੋਂਦੀ ਬੇਅੰਤ ਕੌਰ ਨੇ ਜਦੋਂ ਇਹ ਗੱਲ ਕਹੀ ਤਾਂ ਸੁਣ ਕੇ ਅਮਰਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬੇਟਾ, ਪਹਿਲਾਂ ਵਾਅਦਾ ਕਰਕੇ ਤੂੰ ਮੈਨੂੰ ਛੱਡ ਕੇ ਨਹੀਂ ਜਾਏਗਾ। ਮੈਂ ਇਕੱਲੀ ਕਿਵੇਂ ਰਹਾਂਗੀ ਤੇਰੇ ਬਿਨਾਂ? ਰੱਬ ਦਾ ਵਾਸਤਾ ਤੂੰ ਮੈਨੂੰ ਬਿਰਧ ਆਸ਼ਰਮ ਨਾ ਭੇਜੀ। ਮੈਂ ਤੈਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ। ਪਤਾ ਨਹੀਂ ਇਹ ਸਭ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ। ਮਾਂ ਵੀ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਜੋ ਵੀ ਹੈ ਖੁੱਲ੍ਹ ਕੇ ਦੱਸ ਅਤੇ ਕਿਉਂ ਛੱਡ ਕੇ ਮੈਂ ਜਾਊਂਗਾ ਤੈਨੂੰ? ਮੈਂ ਨਹੀਂ ਜਿਉ ਸਕਦਾ ਤੇਰੇ ਬਿਨਾਂ। ਮੈਂ ਕਿਤੇ ਨਹੀਂ ਜਾ ਰਿਹਾ। ਮੈਂ ਪੋਤਾਂ ਤੇਰਾ ਹਮੇਸ਼ਾ ਪਰਛਾਵਾਂ ਬਣ ਕੇ ਰਹਾਂਗਾ ਤੇਰੇ ਨਾਲ। ਤੇਰਾ ਸਾਥ ਕਦੀ ਨਹੀਂ ਛੱਡਾਂਗਾ, ਤੇਰੇ ਨਾਲ ਹੀ ਰਹਾਂਗਾ। ਤੇ ਕੌਣ ਕਹਿ ਰਿਹਾ ਹੈ ਕਿ ਮੈਂ ਤੈਨੂੰ ਬਿਰਧ ਆਸ਼ਰਮ ਛੱਡ ਕੇ ਆਵਾਂਗਾ?
ਇਹ ਘਰ ਤੇਰਾ ਹੈ। ਜਿਸ ਦਿਨ ਤੈਨੂੰ ਇਹ ਲੱਗੇ ਕਿ ਮੈਂ ਤੇਰੇ ਨਾਲ ਠੀਕ ਨਹੀਂ ਕਰ ਰਿਹਾ ਤਾਂ ਤੂੰ ਮੈਨੂੰ ਇਸ ਘਰ ਵਿੱਚੋਂ ਕੱਢ ਸਕਦੀ ਹੈ, ਪਰ ਮੈਂ ਤੈਨੂੰ ਨਹੀਂ। ਜਦੋਂ ਬੇਅੰਤ ਕੌਰ ਨੇ ਅਮਰਿੰਦਰ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਦਾ ਪੁੱਤ ਉਸ ਨਾਲ ਕਦੇ ਵੀ ਇਸ ਤਰ੍ਹਾਂ ਨਹੀਂ ਕਰੇਗਾ। ਤਾਂ ਜਾ ਕੇ ਬੇਅੰਤ ਕੌਰ ਨੇ ਦੱਸਣਾ ਸ਼ੁਰੂ ਕੀਤਾ, ਪੁੱਤ ਯਾਦ ਹੈ ਤੇਰੇ ਵਿਆਹ ਦੇ ਬਾਅਦ ਜਦੋਂ ਰਾਜਵਿੰਦਰ ਦਾ ਭਰਾ ਉਸ ਨੂੰ ਅਚਾਨਕ ਲੈਣ ਆ ਗਿਆ ਸੀ ਤੇ ਉਹ ਆਪਣੇ ਪੇਕੇ ਚਲੀ ਗਈ ਸੀ, ਤਾਂ ਮੈਨੂੰ ਇਹ ਲੱਗਿਆ ਸੀ ਕਿ ਉਸਦੇ ਪੇਕਿਆਂ ਨੂੰ ਉਸਦੀ ਯਾਦ ਆ ਰਹੀ ਸੀ। ਪਰ ਉਸਦੇ ਜਾਣ ਤੋਂ ਬਾਅਦ ਰਾਜਵਿੰਦਰ ਦੀ ਮੰਮੀ ਦਾ ਫੋਨ ਆਇਆ ਸੀ, ਤਾਂ ਮੈਨੂੰ ਪਤਾ ਚੱਲਿਆ ਕਿ ਰਾਜਵਿੰਦਰ ਨੇ ਹੀ ਉਸ ਨੂੰ ਫੋਨ ਕਰਕੇ ਬੁਲਾਇਆ ਸੀ ਤੇ ਉਸਦੀ ਮੰਮੀ ਨੇ ਮੈਨੂੰ ਫੋਨ ਕਰਕੇ ਕਿਹਾ, ਅਸੀਂ ਇਹ ਸਮਾਨ ਆਪਣੀ ਧੀ ਨੂੰ ਵਰਤਣ ਲਈ ਦਿੱਤਾ ਹੈ, ਪਰ ਤੁਸੀਂ ਸਾਰਾ ਸਮਾਨ ਹਾਲ ਵਿੱਚ ਰਖਵਾ ਦਿੱਤਾ। ਸਿਰਫ ਇੱਕ ਬੈੱਡ ਤੇ ਅਲਮਾਰੀ ਉਸਦੇ ਕਮਰੇ ਵਿੱਚ ਰੱਖ ਦਿੱਤੀ। ਤੇਰੀ ਤਾਂ ਉਮਰ ਹੋ ਗਈ ਹੈ, ਤੂੰ ਇਸ ਸਮਾਨ ਨੂੰ ਆਪਣੇ ਕੋਲ ਰੱਖ ਕੇ ਕੀ ਕਰੇਂਗੀ? ਹੁਣ ਮੇਰੀ ਧੀ ਉਸ ਘਰ ਵਿੱਚ ਤਾਂ ਹੀ ਆਏਗੀ ਜੇ ਉਸ ਦੇ ਕਮਰੇ ਵਿੱਚ ਇਹ ਸਾਰਾ ਸਮਾਨ ਰੱਖਿਆ ਜਾਏਗਾ। ਹੁਣ ਤੂੰ ਹੀ ਦੱਸ ਪੁੱਤ ਕਿ ਤੇਰੇ ਉਸ ਛੋਟੇ ਜਿਹੇ ਕਮਰੇ ਵਿੱਚ ਸਾਰਾ ਸਮਾਨ ਕਿਵੇਂ ਰੱਖਿਆ ਜਾਂਦਾ। ਇਸ ਲਈ ਮੈਂ ਤੈਨੂੰ ਕਿਹਾ ਕਿ ਮੇਰਾ ਸਮਾਨ ਤੂੰ ਆਪਣੇ ਕਮਰੇ ਵਿੱਚ ਰੱਖ ਦੇ ਤੇ ਆਪਣਾ ਮੇਰੇ ਕਮਰੇ ਵਿੱਚ। ਮੈਂ ਉਹ ਕਮਰਾ ਵੱਡਾ ਸੀ ਤੇ ਇਸ ਲਈ ਸਾਰਾ ਸਮਾਨ ਉਸ ਵਿੱਚ ਰੱਖਿਆ ਜਾ ਸਕਦਾ ਸੀ। ਫਿਰ ਜਦੋਂ ਰਾਜਵਿੰਦਰ ਦੂਸਰੀ ਵਾਰ ਪੇਕੇ ਗਈ ਤਾਂ ਵੀ ਮੈਨੂੰ ਇਹੀ ਲੱਗਿਆ ਕਿ ਉਸ ਨੂੰ ਆਪਣੇ ਮੰਮੀ ਪਾਪਾ ਦੀ ਯਾਦ ਆ ਰਹੀ ਹੋਵੇਗੀ, ਪਰ ਇਹ ਵੀ ਮੇਰੀ ਗਲਤਫਹਿਮੀ ਸੀ। ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਰਾਜਵਿੰਦਰ ਉੱਥੇ ਪਹੁੰਚੀ ਤਾਂ ਥੋੜ੍ਹੀ ਦੇਰ ਬਾਅਦ ਉਸਦੀ ਮੰਮੀ ਦਾ ਫੋਨ ਆ ਗਿਆ। ਕਹਿਣ ਲੱਗੀ, ਮੇਰੀ ਧੀ ਨੂੰ ਤੇਰੇ ਕਰਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਵਿਚਾਰੀ ਮੇਰੀ ਧੀ ਕੁਛ ਨਹੀਂ ਕਹਿੰਦੀ, ਇਸ ਲਈ ਉਹ ਤੇਰੇ ਪੁੱਤ ਦਾ ਲਿਹਾਜ਼ ਕਰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਭੈਣ ਜੀ ਤੁਸੀਂ ਉਹਨਾਂ ਦਾ ਜੀਣਾ ਹਰਾਮ ਕਰਕੇ ਰੱਖ ਦਿਓ। ਤੂੰ ਤਾਂ ਸਵੇਰੇ ਸਵੇਰੇ ਪਾਠ ਕਰਨ ਬੈਠ ਜਾਂਦੀ ਹੈ, ਪਰ ਮੇਰੀ ਧੀ ਦੀ ਤਾਂ ਨੀਂਦ ਖਰਾਬ ਹੋ ਜਾਂਦੀ ਹੈ। ਇਸ ਲਈ ਭੈਣ ਜੀ ਸਮਝਾਉਣਾ ਮੇਰਾ ਫਰਜ਼ ਹੈ। ਤੂੰ ਹੁਣ ਨਵੀਂ ਸੱਸ ਬਣੀ ਹੈ, ਪਰ ਮੇਰੀਆਂ 2 ਨੂੰਹਾਂ ਨੇ। ਨੂੰਹਾਂ ਨੂੰ ਕਿਸ ਤਰ੍ਹਾਂ ਰੱਖੀਦਾ ਹੈ ਮੇਰੇ ਤੋਂ ਜ਼ਿਆਦਾ ਹੋਰ ਕਿਸ ਨੂੰ ਪਤਾ ਹੋਵੇਗਾ। ਬਾਕੀ ਤੁਹਾਡੀ ਮਰਜ਼ੀ। ਹੁਣ ਭੈਣ ਜੀ ਨੇ ਤੇਰਾ ਹੀ ਨਾਮ ਲੈ ਲਿਆ ਤਾਂ ਮੈਨੂੰ ਲੱਗਿਆ ਕਿ ਤੇਰੀ ਵੀ ਇਸ ਵਿੱਚ ਰਜ਼ਾਮੰਦੀ ਹੈ, ਇਸ ਲਈ ਮੈਂ ਪੂਜਾ ਰੂਮ ਉੱਪਰ ਸ਼ਿਫਟ ਕਰਵਾ ਲਿਆ। ਪਰ ਅੱਜ ਸਿਰਫ ਇੱਕ LED ਲਈ ਉਸਨੇ ਮੈਨੂੰ ਕਿੰਨਾ ਕੁਝ ਸੁਣਾ ਦਿੱਤਾ। ਕਹਿੰਦੇ ਕਹਿੰਦੇ ਬੇਅੰਤ ਕੌਰ ਉੱਚੀ ਉੱਚੀ ਰੋਣ ਲੱਗ ਪਈ। ਅਮਰਿੰਦਰ ਨੇ ਆਪਣੀ ਮੰਮੀ ਨੂੰ ਚੁੱਪ ਕਰਾਇਆ ਤੇ ਉਸ ਨੂੰ ਪਾਣੀ ਪਿਆਇਆ। ਫਿਰ ਅਮਰਿੰਦਰ ਕਹਿੰਦਾ, ਮੰਮੀ ਤੂੰ ਮੈਨੂੰ ਹੁਣ ਇਹ ਦੱਸ, ਉਹਨਾਂ ਨੇ ਤੈਨੂੰ ਹੋਰ ਕੀ ਕੀ ਕਿਹਾ? ਮੈਨੂੰ ਸਾਰਾ ਕੁਝ ਦੱਸ, ਮੈਂ ਵੀ ਤਾਂ ਦੇਖਾਂ ਕੌਣ ਕਿਸ ਹੱਦ ਤੱਕ ਜਾ ਸਕਦਾ ਹੈ। ਬੇਅੰਤ ਕੌਰ ਨੂੰ ਆਪਣੇ ਪੁੱਤ ਵੱਲੋਂ ਹੁਣ ਤਸੱਲੀ ਹੋ ਗਈ ਸੀ ਕਿ ਇਹ ਮੈਨੂੰ ਛੱਡ ਕੇ ਕਿਤੇ ਨਹੀਂ ਜਾਏਗਾ ਤੇ ਮੇਰੀ ਗੱਲ ਦਾ ਯਕੀਨ ਕਰੇਗਾ। ਬੇਅੰਤ ਕੌਰ ਕਹਿੰਦੀ, ਪੁੱਤ ਤੇਰੀ ਸੱਸ ਕਹਿੰਦੀ ਸੀ ਭੈਣ ਜੀ ਇਸ ਉਮਰ ਵਿੱਚ ਮੋਹ ਮਾਇਆ ਦੇ ਚੱਕਰ ਵਿੱਚ ਨਾ ਪਈ, ਰਿਹਾ ਕਰ। ਅਸੀਂ LED ਆਪਣੀ ਧੀ ਨੂੰ ਦਾਜ ਵਿੱਚ ਇਹ ਸੋਚ ਕੇ ਦਿੱਤੀ ਸੀ ਕਿ ਮੇਰੀ ਧੀ ਆਪਣੇ ਕਮਰੇ ਵਿੱਚ ਬੈਠ ਕੇ ਦੇਖ ਸਕੇ। ਤੁਸੀਂ ਤਾਂ LED ਤੇ ਹਾਲ ਵਿੱਚ ਲਗਾ ਦਿੱਤੀ। ਮੇਰੀ ਧੀ ਹੁਣ ਕਿੱਥੇ ਵੇਖੇ ਹਾਲ ਵਿੱਚ। ਤੇਰਾ ਸਾਰਾ ਦਿਨ ਕਥਾ ਕੀਰਤਨ ਚੱਲਦਾ ਰਹਿੰਦਾ ਹੈ। ਭੈਣ ਜੀ ਬੱਚਿਆਂ ਦੀ ਵੀ ਆਪਣੀ ਜ਼ਿੰਦਗੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਖੁਸ਼ ਰਹਿਣ ਦਈਏ। ਮੈਨੂੰ ਲੱਗਦਾ ਮੇਰੀਆਂ ਗੱਲਾਂ ਦੀ ਤੁਹਾਨੂੰ ਸਮਝ ਆ ਗਈ ਹੋਊਗੀ। ਭੈਣ ਜੀ ਜੇ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਤਾਂ ਕਿਤੇ ਇਹ ਨਾ ਹੋਵੇ ਨੌ ਪੁੱਤ ਤੈਨੂੰ ਛੱਡ ਕੇ ਕਿਤੇ ਚਲੇ ਜਾਣ ਜਾਂ ਫਿਰ ਤੈਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਉਣ। ਗਲਤੀ ਸਾਰੀ ਤੁਹਾਡੀ ਹੋਵੇਗੀ ਤੇ ਬਦਨਾਮ ਮੇਰੀ ਧੀ ਹੋ ਜਾਏਗੀ। ਹੁਣ ਤੂੰ ਹੀ ਦੱਸ ਬੇਟਾ, ਮੈਂ ਉਸ ਸਮੇਂ ਤੈਨੂੰ ਕਿੰਨਾ ਕਿਹਾ ਸੀ ਕਿ LED ਆਪਣੇ ਕਮਰੇ ਵਿੱਚ ਲਗਾ ਲੈ, ਪਰ ਤੂੰ ਹੀ ਨਹੀਂ ਮੰਨਿਆ। ਮੇਰੀ ਕੀ ਗਲਤੀ? ਹੁਣ ਤਾਂ ਜਦੋਂ ਵੀ ਭੈਣ ਜੀ ਦਾ ਫੋਨ ਆਉਂਦਾ ਹੈ ਤਾਂ ਰਾਜਵਿੰਦਰ ਪੇਕੇ ਚਲੀ ਜਾਂਦੀ ਹੈ। ਇਸ ਲਈ ਮੈਨੂੰ ਉਦੋਂ ਹੀ ਘਬਰਾਹਟ ਹੋਣ ਲੱਗ ਜਾਂਦੀ ਹੈ ਕਿ ਹੁਣ ਕੋਈ ਨਵਾਂ ਬਖੇੜਾ ਖੜਾ ਹੋਣ ਵਾਲਾ ਹੈ। ਤੇਰੇ ਪਾਪਾ ਦੇ ਮਰਨ ਤੋਂ ਬਾਅਦ ਮੈਂ ਤੈਨੂੰ ਕਿੰਨੀ ਔਖੀ ਹੋ ਕੇ ਪਾਲਿਆ ਸੀ। ਸਾਰੇ ਰਿਸ਼ਤੇਦਾਰ ਮੇਰਾ ਸਾਥ ਛੱਡ ਗਏ ਸੀ। ਹੁਣ ਇਸ ਉਮਰ ਵਿੱਚ ਤੇਰਾ ਵਿਆਹ ਕਰਕੇ ਮੈਨੂੰ ਲੱਗਿਆ ਸੀ ਕਿ ਕੁਛ ਜ਼ਿੰਦਗੀ ਵਿੱਚ ਸੁੱਖ ਮਿਲੇਗਾ, ਪਰ ਸੱਚ ਕਹਾਂ ਹੁਣ ਮੈਨੂੰ ਬਹੁਤ ਡਰ ਲੱਗਦਾ। ਕਹਿੰਦੇ ਕਹਿੰਦੇ ਬੇਅੰਤ ਕੌਰ ਹੱਥ ਕੰਬਣ ਲੱਗ ਗਏ ਅਤੇ ਜੀਭ ਲੜਖੜਾਉਣ ਲੱਗੀ।
ਇਹ ਦੇਖ ਕੇ ਅਮਰਿੰਦਰ ਨੂੰ ਰਾਜਵਿੰਦਰ ਤੇ ਉਸਦੀ ਮਾਂ ਤੇ ਬਹੁਤ ਗੁੱਸਾ ਆ ਰਿਹਾ ਸੀ। ਕੀ ਹਾਲਤ ਕਰ ਦਿੱਤੀ ਉਹਨਾਂ ਨੇ ਮੇਰੀ ਮਾਂ ਦੀ। ਅਮਰਿੰਦਰ ਨੇ ਆਪਣੇ ਗੁੱਸੇ ਤੇ ਕੰਟਰੋਲ ਕੀਤਾ ਤੇ ਆਪਣੀ ਮਾਂ ਨੂੰ ਹਿੰਮਤ ਦਿੰਦੇ ਹੋਏ ਕਿਹਾ, ਮੰਮੀ ਹੁਣ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਤੂੰ ਮੇਰੇ ਤੇ ਭਰੋਸਾ ਰੱਖ। ਜੇ ਤੂੰ ਪਹਿਲਾਂ ਤੋਂ ਹੀ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਹੁੰਦੀਆਂ ਤਾਂ ਅੱਜ ਆਹ ਕੁਝ ਨਾ ਹੁੰਦਾ ਤੇ ਤੂੰ ਅੱਜ ਇਸ ਤਰ੍ਹਾਂ ਰੋਂਦੀ ਨਾ ਹੁੰਦੀ। ਜਿਸ ਦਿਨ ਤੂੰ ਮੈਨੂੰ ਕਮਰਾ ਬਦਲਣ ਨੂੰ ਕਿਹਾ ਸੀ, ਜੇ ਉਸ ਦਿਨ ਤੂੰ ਮੈਨੂੰ ਆਹ ਗੱਲ ਦੱਸੀ ਹੁੰਦੀ ਤਾਂ ਮੈਂ ਇਸ ਸਮੱਸਿਆ ਦਾ ਹੱਲ ਕੱਢ ਲੈਣਾ ਸੀ। ਤੇ ਹੁਣ ਗੱਲ ਇੰਨੀ ਵੱਧ ਗਈ ਹੈ ਕਿ ਇਸ ਦਾ ਹੱਲ ਵੀ ਹੁਣ ਵੱਡਾ ਹੀ ਕੱਢਣਾ ਪਊਗਾ। ਨਹੀਂ ਪੁੱਤ, ਜਿਵੇਂ ਤੇਰੀ ਸੱਸ ਗੱਲਾਂ ਕਰਦੀ ਸੀ ਉਸ ਤੋਂ ਲੱਗਦਾ ਸੀ ਕਿ ਸ਼ਾਇਦ ਇਸ ਵਿੱਚ ਤੇਰੀ ਵੀ ਰਜ਼ਾਮੰਦੀ ਹੋਵੇਗੀ। ਇੱਕ ਵਾਰ ਤਾਂ ਮੈਂ ਸੋਚਿਆ ਸੀ ਕਿ ਮੈਂ ਤੈਨੂੰ ਪੁੱਛ ਲਵਾਂ, ਫਿਰ ਮੈਂ ਸੋਚਿਆ ਕਿ ਜੇ ਕਮਰਾ ਬਦਲਣ ਨਾਲ ਹੀ ਸਭ ਕੁਝ ਠੀਕ ਹੁੰਦਾ ਹੈ ਤਾਂ ਕਮਰਾ ਬਦਲਣ ਵਿੱਚ ਕੀ ਹਰਜ ਹੈ। ਪਰ ਇਸ ਵਾਰ ਤਾਂ ਭੈਣ ਜੀ ਕੁਝ ਜ਼ਿਆਦਾ ਹੀ ਬੋਲ ਗਈ। ਬੇਅੰਤ ਕੌਰ ਆਪਣੀ ਸਫਾਈ ਦਿੰਦੀ ਹੋਈ ਨੇ ਕਿਹਾ, ਮੰਮੀ ਜੇ ਉਹ ਜ਼ਿਆਦਾ ਨਾ ਬੋਲਦੀ ਤਾਂ ਤੂੰ ਸ਼ਾਇਦ ਮੈਨੂੰ ਕੁਝ ਨਾ ਦੱਸਦੀ, ਪਰ ਕੋਈ ਗੱਲ ਨਹੀਂ, ਦੇਰ ਨਾਲ ਹੀ ਸਹੀ, ਆਖਰ ਮੈਨੂੰ ਪਤਾ ਤਾਂ ਚੱਲ ਹੀ ਗਿਆ ਤੇਰੇ ਨਾਲ ਕੀ ਹੋ ਰਿਹਾ ਹੈ। ਤੂੰ ਪਰੇਸ਼ਾਨ ਨਾ ਹੋ, ਹੁਣ ਇਸ ਦਾ ਹੱਲ ਮੈਂ ਬਹੁਤ ਜਲਦੀ ਕੱਢ ਲਵਾਂਗਾ। ਅਮਰਿੰਦਰ ਦੀ ਗੱਲ ਸੁਣ ਕੇ ਬੇਅੰਤ ਕੌਰ ਘਬਰਾਈ ਹੋਈ ਕਹਿੰਦੀ, ਨਹੀਂ ਪੁੱਤ ਨਹੀਂ, ਤੂੰ ਇਹੋ ਜਿਹਾ ਕੋਈ ਕਦਮ ਨਾ ਚੁੱਕੀ ਜਿਸ ਨਾਲ ਕੋਈ ਸਮੱਸਿਆ ਖੜੀ ਹੋ ਜਾਵੇ, ਮੇਰੇ ਕਰਕੇ ਤੇਰੀ ਗ੍ਰਹਿਸਥੀ ਖਰਾਬ ਹੋ ਜਾਵੇ। ਮੈਂ ਬਿਲਕੁਲ ਨਹੀਂ ਚਾਹੁੰਦੀ। ਮਾਂ, ਗ੍ਰਹਿਸਥੀ ਕਦੇ ਵੀ ਇੱਕ ਇਨਸਾਨ ਦੇ ਭਰੋਸੇ ਨਹੀਂ ਚੱਲਦੀ, ਇਸ ਵਿੱਚ ਦੋਹਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ। ਪਰ ਇੱਥੇ ਰਾਜਵਿੰਦਰ ਯੋਗਦਾਨ ਦੇਣਾ ਨਹੀਂ ਬਲਕਿ ਸਿਰਫ ਲੈਣਾ ਜਾਣਦੀ ਹੈ। ਹੁਣ ਮੰਮੀ ਉਸ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣਾ ਪਵੇਗਾ। ਵਿਸ਼ਵਾਸ ਕਰ, ਮੈਂ ਇਸ ਰਿਸ਼ਤੇ ਨੂੰ ਇੱਕ ਮੌਕਾ ਹੋਰ ਦੇ ਰਿਹਾ ਹਾਂ, ਨਹੀਂ ਤਾਂ ਜਿਸ ਤਰ੍ਹਾਂ ਦਾ ਇਹ ਰਿਸ਼ਤਾ ਹੈ ਟੁੱਟ ਜਾਣਾ ਹੀ ਬਿਹਤਰ ਹੈ, ਕਿਉਂਕਿ ਜ਼ਿੰਦਗੀ ਭਰ ਦੇ ਦੁੱਖ ਨਾਲੋਂ ਇੱਕ ਵਾਰ ਦਾ ਦੁੱਖ ਚੰਗਾ ਹੈ। ਮਾਂ, ਤੂੰ ਬਸ ਆਪਣੇ ਪੁੱਤ ਤੇ ਵਿਸ਼ਵਾਸ ਰੱਖ, ਕੱਲ੍ਹ ਦਾ ਦਿਨ ਕੁਝ ਅਲੱਗ ਕਹਾਣੀ ਲੈ ਕੇ ਆਏਗਾ। ਇਹਨਾਂ ਗੱਲਾਂ ਨਾਲ ਬੇਅੰਤ ਕੌਰ ਨੂੰ ਬਹੁਤ ਹਿੰਮਤ ਮਿਲੀ। ਆਪਣੀ ਮਾਂ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਕੇ ਅਮਰਿੰਦਰ ਨੇ ਮਨ ਵਿੱਚ ਠਾਣ ਲਿਆ ਸੀ ਕਿ ਰਾਜਵਿੰਦਰ ਨੂੰ ਸਬਕ ਸਿਖਾਉਣ ਦਾ। ਦੂਸਰੇ ਦਿਨ ਜਦੋਂ ਬੇਅੰਤ ਕੌਰ ਉੱਠੀ ਤਾਂ ਦੇਖਿਆ ਅਮਰਿੰਦਰ ਜਾਗ ਰਿਹਾ ਸੀ ਤੇ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਬੇਅੰਤ ਕੌਰ ਚਾਹ ਬਣਾ ਕੇ ਲੈ ਆਈ ਅਤੇ ਦੋਨੇ ਮਾਂ ਪੁੱਤ ਚਾਹ ਪੀਣ ਲੱਗੇ। ਸਵੇਰੇ ਸਵੇਰੇ ਗੇਟ ਤੇ ਬੈਲ ਵੱਜੀ ਤਾਂ ਬੇਅੰਤ ਕੌਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ 3 ਜਾਣੇ ਖੜੇ ਸੀ। ਬੇਅੰਤ ਕੌਰ ਨੇ ਹੈਰਾਨੀ ਨਾਲ ਉਹਨਾਂ ਨੂੰ ਪੁੱਛਿਆ, ਤੁਸੀਂ ਕਿਸ ਨੂੰ ਮਿਲਣਾ ਹੈ? ਤਾਂ ਉਹਨਾਂ ਨੇ ਕਿਹਾ, ਬੀਬੀ ਜੀ ਸਾਨੂੰ ਅਮਰਿੰਦਰ ਵੀਰ ਜੀ ਨੇ ਬੁਲਾਇਆ ਹੈ, ਤੁਸੀਂ ਉਹਨੂੰ ਬੁਲਾ ਦਿਓ ਤਾਂ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਇੰਨੇ ਚਿਰ ਨੂੰ ਅਮਰਿੰਦਰ ਖੁਦ ਬਾਹਰ ਆ ਗਿਆ ਅਤੇ ਆਉਂਦੇ ਹੀ ਕਹਿੰਦਾ, ਆ ਗਏ ਤੁਸੀਂ, ਚਲੋ ਜਲਦੀ ਜਲਦੀ ਕੰਮ ਸ਼ੁਰੂ ਕਰੋ ਅਤੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਕਿਹੜਾ ਸਮਾਨ ਚੁੱਕਣਾ ਹੈ। ਬੇਅੰਤ ਕੌਰ ਕਹਿੰਦੀ, ਅਮਰਿੰਦਰ ਕਿਹੜਾ ਸਮਾਨ ਚੁੱਕਣ ਦੀ ਗੱਲ ਕਰ ਰਿਹਾ ਹੈ, ਮੈਨੂੰ ਦੱਸੇਗਾ? ਆਖਰ ਚੱਲ ਕੀ ਰਿਹਾ ਹੈ ਤੇਰੇ ਦਿਮਾਗ ਵਿੱਚ? ਮਾਂ, ਬਸ ਮੇਰਾ ਸਾਥ ਦਿੰਦੀ ਰਹਿ, ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਕੋਈ ਸਿੱਧੇ ਤਰੀਕੇ ਨਾਲ ਸਮਝਦਾ ਹੈ ਤੇ ਕੋਈ ਦੂਜੇ ਤਰੀਕੇ ਨਾਲ। ਜਿਸ ਤਰ੍ਹਾਂ ਦੀ ਹਰਕਤ ਉਹਨਾਂ ਨੇ ਕੀਤੀ ਹੈ, ਮੈਨੂੰ ਇਹ ਤਾਂ ਸਮਝ ਆ ਗਿਆ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ। ਹੁਣ ਉਹਨਾਂ ਨੂੰ ਸਿੱਧੇ ਤਰੀਕੇ ਨਾਲ ਸਮਝ ਨਹੀਂ ਆਏਗਾ, ਇਸ ਲਈ ਮੈਨੂੰ ਦੂਜਾ ਤਰੀਕਾ ਹੀ ਵਰਤਣਾ ਪਵੇਗਾ। ਬੇਅੰਤ ਕੌਰ ਵਾਰ-ਵਾਰ ਆਪਣੇ ਪੁੱਤ ਨੂੰ ਇਹੀ ਪੁੱਛ ਰਹੀ ਸੀ ਕਿ ਤੂੰ ਕੀ ਕਰ ਰਿਹਾ ਹੈ? ਮਾਂ, ਬਸ 1 ਮਿੰਟ ਮੈਂ ਆਇਆ, ਕਹਿ ਕੇ ਅਮਰਿੰਦਰ ਉਹਨਾਂ ਮੁੰਡਿਆਂ ਨੂੰ ਦੱਸ ਆਇਆ ਕਿ ਆਹ ਸਮਾਨ ਚੱਕ ਕੇ ਟਰੱਕ ਵਿੱਚ ਲੱਦ ਲਓ ਤੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ, ਮਾਂ ਮੇਰੇ ਤੇ ਵਿਸ਼ਵਾਸ ਰੱਖ ਤੇ ਤੈਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਪਵੇਗਾ। ਬਸ ਇੰਨਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਗਲਤ ਕੁਝ ਨਹੀਂ ਹੋਏਗਾ। ਫਿਰ ਅਮਰਿੰਦਰ ਨੇ ਆਪਣੀ ਯੋਜਨਾ ਮਾਂ ਨੂੰ ਸਮਝਾਈ। ਸੁਣ ਕੇ ਬੇਅੰਤ ਕੌਰ ਬੋਲੀ, ਸਭ ਠੀਕ ਤਾਂ ਹੋਏਗਾ ਨਾ? ਆਪਣੀ ਮਾਂ ਨੂੰ ਹੈਰਾਨ ਪਰੇਸ਼ਾਨ ਦੇਖ ਕੇ ਅਮਰਿੰਦਰ ਕਹਿੰਦਾ, ਮਾਂ ਕਿਉਂ ਟੈਨਸ਼ਨ ਲੈ ਰਹੀ ਹੈ? ਅੱਜ ਗੱਲ ਆਰ ਜਾਂ ਪਾਰ, ਬਸ ਹੁਣ ਇੱਕ ਹਿੰਮਤ ਬਣਾਈ ਰੱਖੀ, ਕਹਿ ਕੇ ਅਮਰਿੰਦਰ ਆਪਣੇ ਕੰਮ ਤੇ ਧਿਆਨ ਦੇਣ ਲੱਗਿਆ। 2 ਘੰਟਿਆਂ ਬਾਅਦ ਅਮਰਿੰਦਰ ਆਪਣੇ ਸਹੁਰਿਆਂ ਦੇ ਦਰਵਾਜ਼ੇ ਤੇ ਜਾ ਪਹੁੰਚਿਆ। ਜਿਵੇਂ ਹੀ ਉਸਨੇ ਦਰਵਾਜ਼ਾ ਖੜਕਾਇਆ ਤਾਂ ਸਾਲੇ ਨੇ ਆ ਕੇ ਦਰਵਾਜ਼ਾ ਖੋਲ੍ਹਿਆ।
ਉਸ ਸਮੇਂ ਘਰ ਵਿੱਚ ਸਾਰੇ ਰੋਟੀ ਖਾ ਰਹੇ ਸੀ। ਉਸ ਨੂੰ ਘਰ ਆਇਆ ਦੇਖ ਕੇ ਸਾਰੇ ਹੈਰਾਨ ਰਹਿ ਗਏ। ਰਾਜਵਿੰਦਰ ਦੀਆਂ ਦੋਨੇ ਭਾਬੀਆਂ ਵੀ ਰਸੋਈ ਵਿੱਚੋਂ ਬਾਹਰ ਨਿਕਲ ਕੇ ਆ ਗਈਆਂ। ਉਹ ਖੁਦ ਅਮਰਿੰਦਰ ਨੂੰ ਦੇਖ ਕੇ ਹੈਰਾਨ ਰਹਿ ਗਏ। ਇੰਨੇ ਨੂੰ ਅਮਰਿੰਦਰ ਦਾ ਸਹੁਰਾ ਵੀ ਆ ਗਿਆ ਤੇ ਕਹਿੰਦਾ, ਪੁੱਤ ਅਮਰਿੰਦਰ, ਅੱਜ ਅਚਾਨਕ ਤੂੰ ਇੱਥੇ, ਸਭ ਕੁਝ ਠੀਕ ਤਾਂ ਹੈ? ਹਾਂ ਹਾਂ ਪਾਪਾ ਜੀ, ਤੁਸੀਂ ਫਿਕਰ ਨਾ ਕਰੋ, ਬਸ ਠੀਕ ਠਾਕ ਹੈ। ਇੰਨੇ ਨੂੰ ਵੱਡਾ ਭਰਾ ਵੀ ਬੋਲਿਆ, ਤੁਸੀਂ ਖੜੇ ਕੀ ਦੇਖ ਰਹੇ ਹੋ? ਅਮਰਿੰਦਰ ਜੀ ਆਏ ਨੇ, ਉਹਨਾਂ ਲਈ ਚਾਹ ਬਣਾਓ। ਅਮਰਿੰਦਰ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਿਹਾ, ਨਹੀਂ ਵੀਰ ਜੀ, ਮੈਂ ਰੋਟੀ ਖਾ ਕੇ ਆਇਆ ਹਾਂ। ਮੈਨੂੰ ਜਲਦੀ ਹੈ, ਮੈਂ ਕੋਈ ਜ਼ਰੂਰੀ ਕੰਮ ਕਰਨਾ ਹੈ। ਉਹ ਤਾਂ ਮੈਂ ਸਮਾਨ ਇੱਥੇ ਰਖਵਾਉਣ ਲਈ ਆਇਆ ਸੀ। ਅਮਰਿੰਦਰ ਦੀਆਂ ਗੱਲਾਂ ਸੁਣ ਕੇ ਸਾਰੇ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗੇ। ਆਖਰ ਰਾਜਵਿੰਦਰ ਦੀ ਮਾਂ ਨੇ ਕਿਹਾ, ਬੇਟਾ, ਕਿਹੜਾ ਸਮਾਨ ਰੱਖਣ ਦੀ ਗੱਲ ਕਰ ਰਿਹਾ ਹੈ? ਆਪਣੀ ਸੱਸ ਦੀ ਗੱਲ ਸੁਣ ਕੇ ਅਮਰਿੰਦਰ ਕਹਿੰਦਾ, ਉਹੀ ਜੋ ਬਾਹਰ ਟਰੱਕ ਵਿੱਚ। ਸਾਰੇ ਹੈਰਾਨ ਰਹਿ ਗਏ ਅਤੇ ਫਟਾਫਟ ਨਿਕਲ ਕੇ ਬਾਹਰ ਆਏ ਤੇ ਦੇਖਿਆ ਤਾਂ ਟਰੱਕ ਵਿੱਚ ਉਹ ਸਮਾਨ ਰੱਖਿਆ ਸੀ ਜੋ ਰਾਜਵਿੰਦਰ ਦੇ ਪੇਕਿਆਂ ਨੇ ਉਸ ਨੂੰ ਦਹੇਜ ਵਿੱਚ ਦਿੱਤਾ ਸੀ। ਸਮਾਨ ਨੂੰ ਦੇਖ ਕੇ ਸਾਰੇ ਹੈਰਾਨ ਭਰੀਆਂ ਨਜ਼ਰਾਂ ਨਾਲ ਇੱਕ ਦੂਸਰੇ ਵੱਲ ਵੇਖਣ ਲੱਗੇ ਅਤੇ ਉੱਥੇ ਖੜੀ ਰਾਜਵਿੰਦਰ ਕਦੀ ਆਪਣੀ ਮਾਂ ਤੇ ਕਦੀ ਅਮਰਿੰਦਰ ਨੂੰ ਦੇਖ ਰਹੀ ਸੀ। ਆਂਢ ਗੁਆਂਢ ਉੱਥੇ ਖੜ ਕੇ ਗੱਲਾਂ ਕਰਨ ਲੱਗੇ। ਇਹ ਦੇਖ ਕੇ ਰਾਜਵਿੰਦਰ ਦੀ ਮੰਮੀ ਕਹਿੰਦੀ, ਪੁੱਤ, ਇਹ ਕੀ ਹਰਕਤ ਹੈ? ਇਹ ਸਮਾਨ ਇੱਥੇ ਕਿਉਂ ਲੈ ਕੇ ਆਇਆ ਹੈ? ਇਹ ਸਭ ਲਿਆਉਣ ਤੋਂ ਪਹਿਲਾਂ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਸਾਡੀ ਕੀ ਇੱਜ਼ਤ ਰਹੇਗੀ? ਦੇਖ, ਬਾਹਰ ਸਾਰੇ ਲੋਕ ਖੜੇ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਰਾਜਵਿੰਦਰ ਦਾ ਪਾਪਾ ਵੀ ਕਹਿੰਦਾ, ਬੇਟਾ, ਇਹ ਸਭ ਕੀ ਹੈ? ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ। ਅਮਰਿੰਦਰ ਹੱਥ ਜੋੜ ਕੇ ਸਮਝਾਉਂਦਾ ਹੋਇਆ ਬੋਲਿਆ, ਦੇਖੋ ਪਾਪਾ ਜੀ, ਇਹ ਤੁਸੀਂ ਆਪਣੀ ਧੀ ਨੂੰ ਦਿੱਤਾ ਸੀ। ਉਹ ਘਰ ਤਾਂ ਮੇਰੀ ਮਾਂ ਦਾ ਹੈ, ਜੋ ਮੇਰੇ ਪਾਪਾ ਨੇ ਬਣਵਾਇਆ ਸੀ। ਮਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜਾਂ ਤਾਂ ਤੂੰ ਆਪਣਾ ਨਵਾਂ ਘਰ ਬਣਾ ਲੈ ਜਾਂ ਫਿਰ ਜਿਸ ਨੇ ਇਹ ਸਮਾਨ ਦਿੱਤਾ ਹੈ ਉਸ ਦੇ ਘਰ ਪਹੁੰਚਾ ਦੇ। ਮੇਰੇ ਘਰ ਵਿੱਚ ਇਸ ਸਮਾਨ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ। ਜਦੋਂ ਦਾ ਇਹ ਸਮਾਨ ਘਰ ਆਇਆ ਹੈ, ਮੇਰਾ ਚੈਨ ਤੇ ਸਕੂਨ ਖਤਮ ਹੋ ਗਿਆ ਹੈ। ਤਾਂ ਰਾਜਵਿੰਦਰ ਦੀ ਮਾਂ ਕਹਿੰਦੀ, ਤੂੰ ਕਹਿਣਾ ਕੀ ਚਾਹੁੰਦਾ ਹੈ? ਸਾਫ਼-ਸਾਫ਼ ਕਹਿ, ਆਖਰ ਸਮੱਸਿਆ ਕੀ ਹੈ ਤੇਰੀ? ਬਸ ਇਹੀ ਮੰਮੀ ਜੀ ਕਿ ਜੇ ਤੁਸੀਂ ਸਮਾਨ ਦਿੱਤਾ ਸੀ ਤਾਂ ਘਰ ਵੀ ਦੇ ਦਿੰਦੇ ਤਾਂ ਤੁਹਾਡੀ ਧੀ ਨੂੰ ਸਹੂਲਤ ਮਿਲ ਜਾਂਦੀ। ਉਸ ਨੂੰ ਇਸ ਤਰ੍ਹਾਂ ਪਰੇਸ਼ਾਨ ਹੋਣਾ ਨਾ ਪੈਂਦਾ। ਉਸ ਨੂੰ ਵਾਰ-ਵਾਰ ਇਸ ਤਰ੍ਹਾਂ ਪੇਕੇ ਆ ਕੇ ਨਾ ਬੈਠਣਾ ਪੈਂਦਾ। ਅਮਰਿੰਦਰ ਦੀਆਂ ਗੱਲਾਂ ਸੁਣ ਕੇ ਅਮਰਿੰਦਰ ਦਾ ਸਹੁਰਾ ਤੇ ਵੱਡਾ ਸਾਲਾ ਆਪਣੀ ਮਾਂ ਨੂੰ ਘੂਰ ਕੇ ਵੇਖਣ ਲੱਗਿਆ। ਰਾਜਵਿੰਦਰ ਦੀਆਂ ਭਰਜਾਈਆਂ ਵੀ ਆਪਣੀ ਸੱਸ ਵੱਲ ਵੇਖ ਰਹੀਆਂ ਸੀ। ਰਾਜਵਿੰਦਰ ਦੀ ਮੰਮੀ ਨੇ ਤਾਂ ਚੁੱਪ ਰਹਿਣਾ ਹੀ ਠੀਕ ਸਮਝਿਆ। ਹੁਣ ਉਸ ਦੀ ਪੋਲ ਜੋ ਖੁੱਲ੍ਹ ਰਹੀ ਸੀ। ਆਪਣੀਆਂ ਨੌਹਾਂ ਪੁੱਤਾਂ ਦੇ ਸਾਹਮਣੇ ਉਸ ਨੂੰ ਸਮਝ ਆ ਗਿਆ ਸੀ ਕਿ ਅਮਰਿੰਦਰ ਨੂੰ ਸਭ ਪਤਾ ਚੱਲ ਚੁੱਕਾ ਹੈ ਅਤੇ ਇਸ ਵਾਰ ਭੈਣ ਜੀ ਵੀ ਥੋੜ੍ਹੀ ਸਖਤ ਹੋ ਗਈ ਲੱਗਦੀ ਹੈ। ਪਰ ਇੰਨੇ ਨੂੰ ਰਾਜਵਿੰਦਰ ਬੋਲੀ, ਮੇਰੇ ਮੰਮੀ ਪਾਪਾ ਦੀ ਇੱਜ਼ਤ ਦੀ ਤੈਨੂੰ ਕੋਈ ਪਰਵਾਹ ਨਹੀਂ ਸੀ ਜੋ ਤੂੰ ਇੰਨਾ ਦਿੱਤਾ ਹੋਇਆ ਸਮਾਨ ਇੱਥੇ ਲੈ ਕੇ ਆ ਗਿਆ। ਇਹ ਵੀ ਨਹੀਂ ਸੋਚਿਆ ਕਿ ਮੇਰੇ ਮੰਮੀ ਪਾਪਾ ਦੇ ਦਿਲ 'ਤੇ ਕੀ ਬੀਤੇਗੀ। ਬੈਠ ਕੇ ਵੀ ਤਾਂ ਗੱਲ ਕੀਤੀ ਜਾ ਸਕਦੀ ਸੀ। ਉਸ ਦੀ ਗੱਲ ਸੁਣ ਕੇ ਅਮਰਿੰਦਰ ਕਹਿੰਦਾ, ਅੱਛਾ, ਬੈਠ ਕੇ ਵੀ ਗੱਲਾਂ ਹੋ ਜਾਂਦੀਆਂ ਨੇ? ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ, ਕਿਉਂਕਿ ਤੂੰ ਕਦੀ ਸਾਡੇ ਨਾਲ ਬੈਠ ਕੇ ਗੱਲ ਕੀਤੀ ਹੀ ਨਹੀਂ। ਜਦੋਂ ਵੀ ਕੋਈ ਸਮੱਸਿਆ ਹੋਈ ਤਾਂ ਤੂੰ ਇੱਥੇ ਪੇਕੇ ਆ ਕੇ ਬੈਠ ਗਈ। ਉੱਤੋਂ ਤੇਰੀ ਮਾਂ ਮੇਰੀ ਮਾਂ ਨੂੰ ਫੋਨ ਕਰਕੇ ਪਰੇਸ਼ਾਨ ਕਰਦੀ ਹੈ, ਇੱਥੋਂ ਤੱਕ ਕਿ ਮੇਰੀ ਮਾਂ ਨੂੰ ਧਮਕੀ ਦੇ ਦਿੱਤੀ ਕਿ ਉਸ ਦੀ ਗੱਲ ਨਾ ਮੰਨੀ ਤਾਂ ਕੱਲ੍ਹ ਨੂੰ ਤੇਰਾ ਪੁੱਤ ਤੇ ਨੂੰਹ ਅਲੱਗ ਹੋ ਜਾਣਗੇ ਤੇ ਤੈਨੂੰ ਬਿਰਧ ਆਸ਼ਰਮ ਛੱਡ ਆਉਣਗੇ। ਤਾਂ ਜੇ ਤੈਨੂੰ ਤੇਰੇ ਮਾਂ-ਪਿਓ ਦੀ ਚਿੰਤਾ ਹੈ ਤਾਂ ਮੈਨੂੰ ਵੀ ਆਪਣੀ ਮਾਂ ਦੀ ਚਿੰਤਾ ਹੈ। ਫਿਰ ਅਮਰਿੰਦਰ ਦੀ ਗੱਲ ਸੁਣ ਕੇ ਰਾਜਵਿੰਦਰ ਨੂੰ ਕੋਈ ਜਵਾਬ ਨਾ ਆਇਆ। ਪਰ ਹੁਣ ਘਰ ਵਿੱਚ ਸਾਰਿਆਂ ਨੂੰ ਰਾਜਵਿੰਦਰ ਤੇ ਉਸ ਦੀ ਮਾਂ ਦੇ ਬਾਰੇ ਪਤਾ ਚੱਲ ਗਿਆ ਸੀ। ਧੀ ਕਿਵੇਂ ਦੀ ਵੀ ਕਿਉਂ ਨਾ ਹੋਵੇ, ਆਖਰ ਤਾਂ ਧੀ ਹੀ ਹੁੰਦੀ ਹੈ। ਇੱਕ ਪਿਤਾ ਉਸ ਦਾ ਘਰ ਟੁੱਟਣ ਕਿਵੇਂ ਦੇ ਸਕਦਾ ਹੈ? ਉਸ ਦਾ ਘਰ ਨਾ ਟੁੱਟੇ, ਇਸ ਲਈ ਰਾਜਵਿੰਦਰ ਦੇ ਪਾਪਾ ਹੱਥ ਜੋੜ ਕੇ ਅਮਰਿੰਦਰ ਨੂੰ ਕਹਿੰਦੇ, ਮੈਨੂੰ ਮਾਫ਼ ਕਰ ਦੇ ਬੇਟਾ ਜੀ, ਸਾਨੂੰ ਤਾਂ ਲੱਗਦਾ ਸੀ ਕਿ ਸਾਡੀ ਧੀ ਸਾਨੂੰ ਮਿਲਣ ਖੁਸ਼ੀ-ਖੁਸ਼ੀ ਆਈ ਹੈ, ਉਹ ਵੀ ਤੁਹਾਡੀ ਰਜ਼ਾਮੰਦੀ ਨਾਲ। ਪਰ ਅੱਜ ਤੱਕ ਜੋ ਹੋਇਆ ਸੋ ਹੋਇਆ।
ਅੱਜ ਤੋਂ ਬਾਅਦ ਇਹੋ ਜੀ ਕੋਈ ਗੱਲ ਨਹੀਂ ਹੋਏਗੀ ਜਿਸ ਦੇ ਕਾਰਨ ਤੁਹਾਨੂੰ ਜਾਂ ਭੈਣ ਜੀ ਨੂੰ ਕੋਈ ਪਰੇਸ਼ਾਨੀ ਹੋਵੇਗੀ। ਹੁਣ ਤੁਸੀਂ ਸਾਡਾ ਥੋੜ੍ਹਾ ਜਿਹਾ ਮਾਣ ਰੱਖ ਲਓ। ਤੁਸੀਂ ਇਸ ਸਮਾਨ ਨੂੰ ਇੱਥੇ ਛੱਡ ਕੇ ਨਾ ਜਾਓ। ਆਪਣੇ ਸਹੁਰੇ ਨੂੰ ਹੱਥ ਜੋੜ ਦੇਖ ਕੇ ਅਮਰਿੰਦਰ ਨੇ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਕਿਹਾ, ਮਾਫ਼ ਕਰਨਾ ਪਾਪਾ ਜੀ, ਮੈਂ ਇਹ ਸਭ ਕੁਝ ਕਰਨਾ ਨਹੀਂ ਚਾਹੁੰਦਾ ਸੀ, ਪਰ ਜਿਸ ਤਰੀਕੇ ਨਾਲ ਕੱਲ੍ਹ ਮੇਰੀ ਮਾਂ ਨੂੰ ਮੈਂ ਰੋਂਦਾ ਹੋਇਆ ਦੇਖਿਆ ਤਾਂ ਮੈਨੂੰ ਇਹ ਕਦਮ ਉਠਾਉਣਾ ਪਿਆ। ਆਖਿਰਕਾਰ ਸਹੁਰੇ ਨੇ ਦਾਜ ਦਾ ਭਰਿਆ ਟਰੱਕ ਅਮਰਿੰਦਰ ਦੇ ਘਰ ਵਾਪਸ ਭੇਜਵਾ ਦਿੱਤਾ ਅਤੇ ਖੁਦ ਰਾਜਵਿੰਦਰ ਦੀ ਮੰਮੀ ਨੂੰ ਨਾਲ ਲੈ ਕੇ ਅਮਰਿੰਦਰ ਦੇ ਘਰ ਚਲਾ ਗਿਆ। ਉੱਥੇ ਜਾ ਕੇ ਅਮਰਿੰਦਰ ਦੀ ਮੰਮੀ ਤੋਂ ਮਾफ़ੀ ਮੰਗੀ ਅਤੇ ਅੱਗੇ ਤੋਂ ਅਜਿਹਾ ਕੁਝ ਨਹੀਂ ਹੋਵੇਗਾ, ਇਸ ਦਾ ਉਹਨਾਂ ਨੇ ਵਾਅਦਾ ਕੀਤਾ। ਦੋਸਤੋ, ਧੀਆਂ ਨੂੰ ਵਸਾਉਣ ਲਈ ਪੇਕਿਆਂ ਦਾ ਰੋਲ ਸਭ ਤੋਂ ਵੱਡਾ ਹੁੰਦਾ ਹੈ, ਖਾਸ ਕਰਕੇ ਇੱਕ ਮਾਂ ਦਾ। ਜੇ ਆਪਾਂ ਆਪਣੀ ਧੀ ਨੂੰ ਚੰਗੀ ਸਿੱਖਿਆ ਦਿੰਦੇ ਹਾਂ ਤਾਂ ਆਪਣੀ ਧੀ ਅਗਲੇ ਘਰੇ ਜਾ ਕੇ ਸਾਰਿਆਂ ਦੇ ਦਿਲ 'ਤੇ ਰਾਜ ਕਰਦੀ ਹੈ, ਤੇ ਜੇ ਆਪਣੀ ਸਿੱਖਿਆ ਹੀ ਗਲਤ ਹੋਵੇਗੀ ਤਾਂ ਆਪਾਂ ਖੁਦ ਹੀ ਆਪਣੀ ਧੀ ਨੂੰ ਸਾਰਿਆਂ ਦੀ ਨਫ਼ਰਤ ਦਾ ਸ਼ਿਕਾਰ ਬਣਨ ਲਈ ਮਜਬੂਰ ਕਰ ਦਿੰਦੇ ਹਾਂ। ਫਿਰ ਦੋਸ਼ ਅਸੀਂ ਦੂਜਿਆਂ ਨੂੰ ਜਾਂ ਕਿਸਮਤ ਨੂੰ ਦਿੰਦੇ ਹਾਂ। ਤਾਂ ਸਾਨੂੰ ਹਮੇਸ਼ਾ ਆਪਣੀਆਂ ਧੀਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।